ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਕਹਿੰਦੇ ਨੇ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਹ ਗੱਲ ਸੱਚ ਕਰਕੇ ਦਿਖਾਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਉਹਨਾਂ ਮਹਿਲਾਵਾਂ ਨੇ ਜਿਨ੍ਹਾਂ ਕਦੇ ਇੱਕ ਛੋਟੇ ਜਿਹੇ ਆਈਡੀਏ ਨੂੰ ਇੱਕ ਸੁਸਾਇਟੀ ਬਣਾ ਕੇ ਸ਼ੁਰੂ ਕੀਤਾ ਤੇ ਅੱਜ जो ਲੱਖਾਂ ਦਾ ਕਰਜ਼ਾ ਸੀ ਨਾ ਸਿਰਫ ਉਸ ਨੂੰ ਉਤਾਰਿਆ ਬਲਕਿ ਅੱਜ ਉਹ ਕਰੋੜਾਂ ਰੁਪਏ ਦੇ ਮੁਨਾਫੇ ਦੇ ਵਿੱਚ ਵੀ ਨੇ। ਅਸੀਂ ਇੱਕ ਫੈਕਟਰੀ ਦੇ ਵਿੱਚ ਕਹਿ ਸਕਦੇ ਹਾਂ, ਇੱਕ ਸੁਸਾਇਟੀ ਦੇ ਵਿੱਚ ਮੌਜੂਦ ਆ ਔਰ ਇਸ ਫੈਕਟਰੀ ਦੀ ਇਸ ਸੁਸਾਇਟੀ ਦੀ ਖਾਸੀਅਤ ਹੈ ਕਿ ਇੱਥੇ ਸਾਰੀਆਂ ਮਹਿਲਾਵਾਂ ਹੀ ਕੰਮ ਕਰਦੀਆਂ ਨੇ ਔਰ ਮਹਿਲਾਵਾਂ ਇੰਨੀ ਮਿਹਨਤ ਇੰਨਾ ਜੀ ਤੋੜ ਕੇ ਦਿਨ ਰਾਤ ਇੱਕ ਕਰਕੇ ਕਮਾਈ ਕਰਦੀਆਂ ਨੇ ਕਿ ਅੱਜ ਉਹ ਕਰੋੜਾਂ ਰੁਪਏ ਦਾ ਟਰਨਓਵਰ ਹੈ। ਔਰ ਵੱਡੀ ਗੱਲ ਹੈ ਕਿ ਇੱਥੇ ਬਹੁਤ ਸਾਰੇ ਖਾਣ ਵਾਸਤੇ ਚੀਜ਼ਾਂ ਤੁਹਾਡੇ ਲਈ ਤਿਆਰ ਵੀ ਹੁੰਦੀਆਂ ਨੇ। ਤਾਂ ਸਾਡੇ ਨਾਲ ਮੈਡਮ ਰਜਨੀ ਜੀ ਮੌਜੂਦ ਨੇ। ਮੈਮ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਤੁਹਾਨੂੰ ਵਿਮਨਸ ਡੇ ਦੀ। ਥੈਂਕ ਯੂ ਜੀ। ਮੈਂ ਸੁਸਾਇਟੀ ਦੇ ਬਾਰੇ ਜਾਣਨਾ ਚਾਹੂੰਗਾ, ਕਦੋਂ ਇਹ ਬਣਾਈ ਸੀਗੀ, ਕਿਵੇਂ ਆਈਡੀਆ ਆਇਆ ਸੀਗਾ ਔਰ ਫਿਰ ਸ਼ੁਰੂ ਕਿਵੇਂ ਕੀਤੀ ਸੀ? ਇਹ ਆਈਡੀਆ ਤਾਂ ਜੀ ਜੋਤੀ ਸਰੂਪ ਜੀ ਦਾ। ਉਹ ਜਦੋਂ ਉਹ ਇੱਕ ਸਾਇੰਟਿਸਟ ਨੇ ਤੇ ਉਹਨਾਂ ਦੇ ਦਿਮਾਗ 'ਚ ਇਹ ਆਈਡੀਆ ਆਇਆ ਸੀਗਾ ਉਹਨਾਂ ਕਿ ਆਸ-ਪਾਸ ਸਾਡੇ ਬਹੁਤ ਆਮਲਾ, ਗਲੋ, ਕਰੇਲਾ, ਬਹੁਤ ਇਹੋ ਜਿਹੀਆਂ ਚੀਜ਼ਾਂ ਹੈ ਜਿਹੜੀਆਂ ਇੰਨੀਆਂ ਵੇਸਟ ਜਾ ਰਹੀਆਂ ਸੀ ਤੇ ਉਹਨਾਂ ਨੇ ਸੋਚਿਆ ਕਿ ਇਹ ਚੀਜ਼ਾਂ ਜਿਹੜੇ ਵੇਸਟ ਜਾ ਰਹੇ ਆ ਕਿਉਂ ਨਾ ਇਹ ਏਰੀਆ ਦੇ ਲੋਕਾਂ ਨੂੰ ਹੀ ਫਾਇਦਾ ਹੋਵੇ ਤੇ ਉਹਨਾਂ ਨੇ ਪੰਜਾਬ ਸਟੇਟ ਕੌਂਸਲ ਵਾਲਿਆਂ ਨੇ ਸਾਨੂੰ ਇਹ ਪ੍ਰੋਜੈਕਟ ਦਿੱਤਾ। ਤੇ ਵੂਮਨ ਇੰਪਾਵਰਮੈਂਟ ਦੀ ਗੱਲ ਕਰੀਏ ਤੇ ਮੈਂ ਇੱਕ ਹਾਊਸਵਾਈਫ ਸੀ ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਇੱਥੇ ਆਪਾਂ ਵੂਮਨ ਇੰਪਾਵਰਮੈਂਟ ਦਾ ਪ੍ਰੋਜੈਕਟ ਲਗਾਇਆ ਤੇ ਆਪਾਂ ਇੱਥੇ ਕੰਮ ਕਰਨਾ ਹੈ। ਤੇ ਇਸ ਤਰ੍ਹਾਂ ਹੀ ਕੋਈ ਪਹਿਲਾਂ ਮੁੰਡਿਆਂ ਨੂੰ ਦੇਖ ਕੇ ਕੋਈ ਭੇਜਦਾ ਨਹੀਂ ਸੀਗਾ ਲੇਡੀਜ਼ ਨੂੰ ਕੰਮ ਕਰ ਲਈ। ਫਿਰ ਮੈਂ ਆਪ ਜਾ ਕੇ ਇੰਡੀਵਿਜੂਅਲ ਸਭ ਨੂੰ ਮਿਲ ਕੇ ਪਿੰਡਾਂ 'ਚ ਬੋਲਿਆ ਕਿ ਇਹ ਕੰਮ ਮੈਂ ਦੇਖਾਂਗੀ ਇਹਨਾਂ ਦੇ ਨਾਲ ਤੇ ਫਿਰ ਸਾਰੀਆਂ ਮਹਿਲਾਵਾਂ ਆਉਣਾ ਸ਼ੁਰੂ ਹੋ ਗਈਆਂ। ਮਤਲਬ ਕਿ ਮੈਂ ਸਭ ਨੂੰ ਮਹਿਲਾਵਾਂ ਨੂੰ ਵੀ ਮੈਨੂੰ ਵੀ ਸਭ ਨੂੰ ਸਾਨੂੰ ਇੱਕ ਆਪਣੀ ਹੁਨਰ ਦਿਖਾਉਣ ਦਾ ਇੱਥੇ ਮੌਕਾ ਮਿਲਿਆ। ਤੇ ਐਡਾ ਵੱਡਾ ਕਾਰੋਬਾਰ ਸੀਗਾ ਜਦੋਂ ਤੁਸੀਂ ਇੱਥੇ ਆਏ ਸੀ, ਉਦੋਂ ਕੀ ਤਸਵੀਰ ਸੀ ਇੱਥੇ ਦੀ? ਨਹੀਂ ਜੀ, ਇੱਥੇ ਕਾਫੀ ਉਜਾੜ ਸੀਗੀ ਤੇ 2 ਸ਼ੈੱਡਾਂ ਸੀਗੀਆਂ ਤੇ ਉਹਨਾਂ ਸ਼ੈੱਡਾਂ 'ਚ ਹੀ ਅਸੀਂ ਥੋੜਾ ਕੰਮ ਸ਼ੁਰੂ ਕੀਤਾ। ਜਦੋਂ ਮੈਂ ਇੱਥੇ ਆਈ ਤਾਂ 4-5 ਲੇਡੀਜ਼ ਸੀਗੀਆਂ। ਹੁਣ ਇੱਥੇ ਦੱਸਦੇ ਨੇ ਕਹਿੰਦੇ ਫੁੱਲ ਫਲੈਜ ਲੇਡੀਜ਼ ਕਾਰੋਬਾਰ ਸਾਰਾ। ਹਾਂਜੀ, ਹੁਣ ਇੱਥੇ ਕੋਈ 100 ਦੇ ਕਰੀਬ ਲੇਡੀਜ਼ ਹੀ ਕੰਮ ਕਰਦੀਆਂ ਤੇ ਲੇਡੀਜ਼ ਦਾ ਜਿਹੜਾ ਪੈਸਾ ਹੈ ਉਹ ਸਾਰਾ ਇਹਨਾਂ ਦੇ ਘਰਾਂ ਤੇ ਹੀ ਲੱਗਦਾ ਤੇ ਬਹੁਤ ਖੁਸ਼ ਹੈ ਲੇਡੀਜ਼ ਇੱਥੇ। ਹੁਣ ਅਸੀਂ ਵੂਮਨ ਡੇ ਸੈਲੀਬ੍ਰੇਸ਼ਨ ਕਰ ਰਹੇ ਹਾਂ। ਕੀ ਤਿਆਰ ਕਰਦੇ ਹੋ ਇੱਥੇ? ਮਹਿਲਾਵਾਂ ਜਿਹੜਾ ਹੁਨਰ ਹੈ ਉਹ ਕਿਸ ਚੀਜ਼ ਦਾ? ਕਿਉਂਕਿ ਮਹਿਲਾਵਾਂ ਨੂੰ ਅਕਸਰ ਇਹੀ ਕਿਹਾ ਜਾਂਦਾ ਵੀ ਰੋਟੀ ਤੱਕ ਸੀਮਤ ਨੇ ਜਾਂ ਘਰ ਦੇ ਕੰਮਾਂ ਤੱਕ ਸੀਮਤ ਨੇ, ਪਰ ਇਹ ਘਰ ਦੇ ਕੰਮ ਅੱਜ ਇੱਥੇ ਹੁਨਰ ਦੇ ਤੌਰ ਦੇ ਉੱਤੇ ਵੀ ਵਰਤ ਰਹੀਆਂ ਨੇ। ਤਾਂ ਕਿਹੜੀਆਂ ਚੀਜ਼ਾਂ ਤਿਆਰ ਕਰਦੀਆਂ ਨੇ ਇੱਥੇ ਜੀ? ਆਮਲਾ, ਗਲੋ, ਕਰੇਲਾ ਜੂਸ, ਐਲੋਵੇਰਾ ਜੂਸ, ਵੀਟ ਗ੍ਰਾਸ, ਵਿਨੇਗਰ ਬਣਦਾ ਜੀ ਇੱਥੇ ਸਾਡੇ। ਫਿਰ ਕੈਂਡੀ, ਆਮਲਾ ਕੈਂਡੀ, ਆਮਲਾ ਮੁਰੱਬਾ, ਗਾਜਰ ਦਾ ਮੁਰੱਬਾ ਤੇ ਕਿੱਥੇ ਸਪਲਾਈ ਹੁੰਦਾ ਜੀ? ਆਲ ਓਵਰ ਪੰਜਾਬ ਜਾਂਦਾ ਹੈ ਸਾਰਾ? ਵੈਸੇ ਤਾਂ ਅਸੀਂ ਜ਼ਿਆਦਾ ਸਾਡੀ ਪ੍ਰਾਈਵੇਟ ਲੇਬਲਿੰਗ ਹੈ, ਜਿਵੇਂ ਕਿ ਡਾਬਰ, ਮੈਡੀਪਲਸ, ਅਪੋਲੋ ਫਾਰਮੇਸੀ ਹੈ, ਇਮਾਮੀ ਹੈ, ਮਾਰਕਫੈਡ ਹੈ, ਇਸ ਤਰ੍ਹਾਂ ਪ੍ਰਾਈਵੇਟ ਲੇਬਲਿੰਗ ਹੈ। ਹੁਣ ਸਾਡਾ ਆਪਣਾ ਵੀ ਨਵਾਂ ਬ੍ਰਾਂਡ ਆਇਆ ਹੈ, ਆਸਨਾ। ਅੱਛਾ, ਇਹ ਦੱਸਿਓ ਜਦੋਂ ਤੁਸੀਂ ਸ਼ੁਰੂਆਤ ਕੀਤੀ ਘਰਾਂ ਦੇ ਵਿੱਚ ਗਏ ਮਹਿਲਾਵਾਂ ਨੂੰ ਕੱਢਿਆ, ਇਹ ਬੜਾ ਰਿਮੋਟ ਏਰੀਆ ਇੱਧਰ ਤਾਂ ਮੈਨੂੰ ਲੱਗਦਾ ਉਦੋਂ ਬੱਸਾਂ ਵੀ ਨਹੀਂ ਆਉਂਦੀਆਂ ਹੋਣਗੀਆਂ। ਅੱਜ ਤਾਂ ਕਦੀ ਟਾਵੀ ਆ ਜਾਂਦੀ ਹੈ, ਪਹਾੜੀ ਏਰੀਆ ਪੈ ਜਾਂਦਾ ਥੋੜਾ। ਤਾਂ ਉਦੋਂ ਉਮੀਦ ਸੀਗੀ ਵੀ ਐਡਾ ਵੱਡਾ ਪ੍ਰੋਜੈਕਟ ਬਣ ਜਾਊਗਾ? ਨਹੀਂ, ਸੋਚਿਆ ਨਹੀਂ। ਕਈ ਵਾਰੀ ਬੈਠ ਕੇ ਸੋਚੀ ਰਿਹਾ ਵੀ ਇਹ ਪਤਾ ਨਹੀਂ ਕਦੋਂ ਕਿਵੇਂ ਇੰਨਾ ਵੱਡਾ ਬਣ ਗਿਆ। ਇਹ ਸਾਰਾ ਇਹਨਾਂ ਦੀ ਲੇਡੀਜ਼ ਦੀ ਮਿਹਨਤ ਹੀ ਹੈ, ਸਾਰਿਆਂ ਨੇ ਮਿਲ ਕੇ। ਪਿੰਡਾਂ ਤੋਂ ਇਹਨਾਂ ਨੂੰ ਕੱਢਣਾ ਔਖਾ ਸੀਗਾ ਉਦੋਂ, ਇਹਨਾਂ ਨੂੰ ਮੋਟੀਵੇਟ ਕਰਕੇ ਇਸ ਫੈਕਟਰੀ ਦੇ ਵਿੱਚ ਲੈ ਕੇ ਆਉਣਾ? ਇੱਕ ਸੁਸਾਇਟੀ ਸੀਗੀ ਉਦੋਂ, ਤੁਸੀਂ ਦੱਸਿਆ ਵੀ ਇੱਕ ਸ਼ੈੱਡ ਦੇ ਥੱਲੇ ਬਹਿ ਕੇ ਆਮਲਿਆਂ ਦਾ ਕੰਮ ਕਰਦੇ ਸੀਗੇ। ਹਾਂਜੀ, ਬਹੁਤ ਮੁਸ਼ਕਿਲ ਸੀ ਇਹਨਾਂ ਨੂੰ ਇੱਥੇ ਮੋਟੀਵੇਟ ਕਰਨਾ, ਇਹਨਾਂ ਦੇ ਘਰਦਿਆਂ ਨੂੰ ਕਰਨਾ। ਫਿਰ ਇਹਨਾਂ ਦੇ ਹਸਬੈਂਡ ਨੂੰ ਬੋਲਿਆ ਗਿਆ ਕਿ ਇਹ ਜਦੋਂ ਤੱਕ ਕੰਮ ਕਰਨ ਗਿਆ ਮੈਂ ਕਿਤੇ ਨਹੀਂ ਜਾਵਾਂਗੀ। ਮੈਂ ਹਾਲੇ ਵੀ ਇਹਨਾਂ ਦੇ ਸਾਰਿਆਂ ਦੇ ਜਾਣ ਤੋਂ ਬਾਅਦ ਜਾਂਦੀ ਹਾਂ। ਅੱਛਾ, ਹਾਂਜੀ। ਫਿਰ ਕਿਵੇਂ ਸ਼ਿਫਟ ਕੀ ਰਹਿੰਦੀ ਹੈ ਇੱਥੇ? ਕਿੰਨੇ ਤੋਂ ਕਿੰਨੇ ਚੱਲਦੀ ਹੈ ਇੱਥੇ? 8:30 ਤੋਂ 5:30। ਅੱਛਾ,
ਤਾਂ ਫਿਰ ਉਹ ਸੈਲਰੀ ਵਗੈਰਾ ਕਿਵੇਂ ਇਹਨਾਂ ਨੂੰ ਪ੍ਰੋਪਰ ਟਾਈਮ ਤੇ ਮਹੀਨੇ ਬਾਅਦ ਆ ਜਾਂਦੀਆਂ? ਉਹ ਤਾਂ ਫਿਰ ਬਹੁਤ ਖੁਸ਼ ਹੁੰਦੀਆਂ ਹੋਣਗੀਆਂ ਜਦੋਂ ਆਪ ਹੱਥੀਂ ਕਮਾਈ ਆਉਂਦੀ ਹੈ। ਹਾਂਜੀ ਬਹੁਤ ਖੁਸ਼ ਹੁੰਦੀਆਂ ਇਹਨਾਂ ਦਾ ਮਤਲਬ ਕਿ ਰਹਿਣ ਸਹਿਣ ਜੀਵਨ ਸਥਰ ਖੁਦ ਬੋਲਦੀਆਂ। ਤੁਸੀਂ ਇਹਨਾਂ ਕੋਲ ਪੁੱਛ ਕੇ ਦੇਖੋ ਵੀ ਕਿੰਨਾ ਫਰਕ ਪੈ ਗਿਆ ਪਹਿਲੇ ਨਾਲੋਂ। ਅੱਛਾ, ਇੱਕ ਭੈਣ ਸਾਡੇ ਨਾਲ ਹੋ ਰਹੀ ਹੈ। ਭੈਣ ਜੀ ਕੀ ਨਾਂ ਤੁਹਾਡਾ? ਰਾਜਕੁਮਾਰੀ। ਕਦੋਂ ਤੋਂ ਕੰਮ ਕਰ ਰਹੇ ਹੋ ਇੱਥੇ? 5 ਸਾਲ ਹੋ ਗਏ। ਅੱਛਾ, ਤਾਂ ਫਿਰ ਜਦੋਂ ਇੱਥੇ ਸ਼ੁਰੂਆਤ ਕੀਤੀ ਸੀ ਉਦੋਂ ਉਮੀਦ ਸੀਗੀ ਵੀ ਇੰਨਾ ਲੰਮਾ ਸਮਾਂ ਇੱਥੋਂ ਜੁੜ ਜਾਗੇ, ਆਪਣੇ ਹੱਥ ਦਾ ਹੁਨਰ ਦਿਖਾਉਣ ਦਾ ਲੋਕਾਂ ਨੂੰ ਮੌਕਾ? ਹਾਂਜੀ, ਕੀ ਕੀ ਤਿਆਰ ਕਰਦੇ ਹੋ ਤੁਸੀਂ ਇੱਥੇ ਕੰਮ? ਕੈਂਡੀ ਜੂਸ ਵਗੈਰਾ ਸਭ ਕੁਝ ਤਿਆਰ ਕਰਦੇ ਹਾਂ। ਅੱਛਾ, ਹਾਂਜੀ। ਤਾਂ ਇਹ ਚੀਜ਼ਾਂ ਇੱਥੇ ਆ ਕੇ ਸਿੱਖੀਆਂ ਜਾਂ ਥੋੜਾ ਬਹੁਤਾ ਮਹਿਲਾਵਾਂ ਨੂੰ ਤਾਂ ਚੀਜ਼ ਖਾਣ ਵਾਲੀ ਬਣਾਉਣ ਦਾ ਪਈ? ਇੱਥੇ ਆ ਕੇ ਸਿੱਖਿਆ ਸਾਰਾ ਕੁਝ। ਜੀਵਨ 'ਚ ਬਦਲਾਅ ਕੀ ਲੱਗ ਰਿਹਾ? ਅੱਜ ਵਿਮਨਸ ਡੇ ਆ ਔਰ ਵਿਮਨਸ ਡੇ ਮਨਾ ਰਹੇ ਆ, ਬਹੁਤ ਖੁਸ਼ੀਆਂ ਮਨਾਉਂਦੇ ਆ ਆਪਾਂ, ਪਰ ਅੱਜ ਕੀ ਸੋਚਦੇ ਹੋ ਮਹਿਲਾ ਕਿੱਥੇ ਖੜੀ ਹੈ? ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆਈ ਕੋਈ? ਹਾਂਜੀ, ਮੇਰੇ ਪਾਪਾ ਜੀ ਨਹੀਂ ਹੈ, मुझे 5 साल हो गया ਇੱਥੇ ਕੰਮ ਕਰਦੀ ਨੂੰ। ਅੱਛਾ, ਹਾਂਜੀ। ਤਾਂ ਤੁਸੀਂ ਇੱਥੋਂ ਸਵੇਰੇ ਆਉਂਦੇ ਹੋ, ਸ਼ਾਮ ਨੂੰ ਜਾਂਦੇ ਹੋ? ਹਾਂਜੀ। ਫਰਕ ਲੱਗਦਾ ਹੈ ਵੀ ਆਪਣੇ ਹੱਥੀਂ ਕਮਾਈ ਕੀਤੀ, ਇੱਕ ਆਪਾਂ ਹਸਬੈਂਡ ਵੱਲ, ਆਪਣੇ ਭਰਾ ਵੱਲ, ਇੱਕ ਮਾਂ ਪਿਓ ਦੇ ਵੱਲ ਦੇਖਣਾ ਹੁੰਦਾ ਵੀ ਮਹੀਨੇ ਬਾਅਦ ਕੁਝ ਦਊਗੇ, ਕੋਈ ਮੈਂ ਆਪਣਾ ਜਿਹੜਾ ਨਿੱਜੀ ਕੋਈ ਕੰਮ ਲੈ ਸਕਦੀ ਹਾਂ ਉਹ ਤੋਂ, ਪਰ ਜਦੋਂ ਹੁਣ ਆਪਣੀ ਕਮਾਈ ਕਰਦੇ ਹੋ ਤਾਂ ਖੁਸ਼ੀ ਹੁੰਦੀ ਹੈ? ਹਾਂਜੀ, ਹੁਣ ਪਤਾ ਲੱਗਦਾ ਹੈ ਪੈਸੇ ਕਿੱਦਾਂ ਕਮਾਈਦੇ ਹੈ। ਤਾਂ ਬਿਲਕੁਲ, ਕਹਿੰਦੇ ਹੁਣ ਪਤਾ ਲੱਗਦਾ ਵੀ ਪੈਸੇ ਕਮਾਏ ਕਿਵੇਂ ਜਾਂਦੇ ਨੇ। ਮੈਮ ਬੜਾ ਵਧੀਆ ਇਹ ਇਨੀਸ਼ੀਏਟਿਵ ਸੀਗਾ। ਤਾਂ ਰਿਸਪੌਂਸ ਇਲਾਕੇ ਦਾ ਸਰਕਾਰ ਵੱਲੋਂ ਕਹਿੰਦੇ ਪਹਿਲਾਂ ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀ ਇਹ ਕੰਮ? ਹਾਂਜੀ। ਅੱਛਾ, ਕਿੰਨਾ ਕੁ ਕਰਜ਼ਾ ਲਿਆ ਸੀ ਉਦੋਂ? ਕਰਜ਼ਾ ਲੱਥ ਗਿਆ ਪਹਿਲਾਂ ਤੇ? ਹਾਂਜੀ, ਇੱਕ ਐਕਚੁਅਲੀ ਇਹ ਚੀਜ਼ਾਂ ਸਾਰੀਆਂ ਨਾ ਜੋਤੀ ਸਰੂਪ ਦੇ ਲੈਵਲ ਦੀਆਂ। ਤਾਂ ਚਲੋ ਇਹਨਾਂ ਦੇ ਜਿਹੜੇ HR ਨੇ ਉਹ ਵੀ ਸਾਡੇ ਨਾਲ ਨੇ, ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਛਾ, ਮੈਨੂੰ ਪਤਾ ਲੱਗਾ ਸੀ ਕਹਿੰਦੇ ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀਗਾ ਇਸ ਕਾਰੋਬਾਰ ਨੂੰ ਜਦੋਂ ਇਹਨੂੰ सोसाइटी ਨੂੰ ਚਲਾਇਆ। सर एक्चुअली क्या था, ये सरकारी प्रोजेक्ट था। जिस सरकारी प्रोजेक्ट को सरकार नहीं कर पाई तो हमने वहाँ पे एक बीड़ा उठाया और हमने कई मेंबरों के साथ ही इस सोसाइटी को हमने डेवलप किया। पंजाब स्टेट काउंसिल से हमें कुछ एड हॉक पे पैसे मिले थे, ठीक है, उसके बिहाफ से हमने इस बिजनेस को आगे बढ़ाया और हमने एक प्रण भी लिया कि हमने एक भी पैसा जो भी हमारे पास आएगा, अर्निंग होगी, हम उसका एक भी पैसा शेयर नहीं करेंगे, सोसाइटी के ऊपर खर्च करेंगे ताकि हमारी सोसाइटी ऊपर को जा सके। ਤਾਂ ਫਿਰ ਕਿੰਨਾ ਕਰਜ਼ਾ ਲਿਆ ਸੀ? ਅੱਜ ਟਰਨਓਵਰ ਕੀ ਹੈਗੀ ਹੈ? सर टर्नओवर की बात करें तो आज हम कम से कम 3 से 5 करोड़ के बीच में बैठे हैं, जो कि स्टार्टिंग में लाखों में हुआ करती थी, आज हम करोड़ों में बैठे हैं। और वो बैठे इसलिए हैं क्योंकि हमारी सोसाइटी के अंदर जितनी भी वुमेन्स काम करती हैं उन्होंने बहुत कोऑपरेट किया, सपोर्ट किया, जिसकी वजह से आज हम इस लेवल को छू सके। ਆਪਾਂ ਅਕਸਰ ਦੇਖਦੇ ਆ ਫੈਕਟਰੀਆਂ ਦੇ ਵਿੱਚ ਮਰਦ ਕੰਮ ਕਰਨ ਲਈ ਜਾਂਦੇ ਨੇ, ਮਹਿਲਾਵਾਂ ਨੂੰ ਸਮਝਿਆ ਜਾਂਦਾ ਵੀ ਇਹ ਮਹਿਲਾਵਾਂ ਕੰਮ ਨਹੀਂ ਕਰ ਪਾਉਣਗੀਆਂ। ਇੱਥੇ ਆ ਕੇ ਅੱਕਦੀਆਂ ਥੱਕਦੀਆਂ ਤਾਂ ਨਹੀਂ? ਮਹਿਲਾਵਾਂ ਥੱਕਦੀਆਂ ਤਾਂ नहीं? सर आप यहाँ पे किसी भी महिला को पूछ सकते हैं, यहाँ की महिला अगर कोई चीज़ बोलो उसको तो वो एक कदम आगे आके अपना बढ़ के एक्सप्रेस करती है कि हम सोसाइटी के लिए कुछ ना कुछ करना चाहते हैं। तो बहुत बढ़िया माहौल है, बहुत बढ़िया कल्चर है। हम एक तरह से फैमिली की तरह यहाँ पे लिविंग कर रहे हैं, ठीक है। ਕਿੰਨੇ ਕੁ ਪਿੰਡਾਂ ਨੂੰ ਫਾਇਦਾ ਮਿਲਿਆ ਹੋਊਗਾ ਇੱਧਰ ਦੇ, ਜਿਨ੍ਹਾਂ ਹੁਣ ਰੋਜ਼ਗਾਰ ਵੀ ਤਾਂ ਮਿਲਿਆ ਹੀ ਹੈ ਇਹਨਾਂ ਭੈਣਾਂ ਨੂੰ? सर इस एरिया के अंदर इकलौती हमारी जो सोसाइटी है, कई लोगों को रोजगार दिया, यहाँ से लेके तलवाड़ा, दसुआ, मुकेरियाँ, उससे भी दूर दूर से लोग यहाँ पे हमारे यहाँ रोजगार के लिए आए हुए हैं और वो कर रहे हैं। और सबसे बड़ी बात है यहाँ पे स्टेबिलिटी सभी की इतनी ज़्यादा है क्योंकि यहाँ से कोई एक बार ज्वाइन तो हो जाता है लेकिन छोड़ना कोई नहीं चाहता। ਐ ਤਾਂ ਨਹੀਂ ਵੀ ਕਿਤੇ ਭੈਣਾਂ ਨਾਲ ਅੱਧਾ ਘੰਟਾ ਗੱਲਾਂ ਗੁੱਲਾਂ ਵੀ ਮਾਰ ਲੈਂਦੀਆਂ, ਮਾਹੌਲ ਵਧੀਆ ਬਣਿਆ ਰਹਿੰਦਾ? सर देखो यहाँ पे फ्रीडम है, उनको काम का इतना वर्क प्रेशर नहीं है। यहाँ का जो माहौल है इतना फ्रीडम है यहाँ पे कि जितनी भी लेडीज़ हैं या जेंट्स हैं जो भी काम कर रहे हैं वो आपस में खुल मिल के बात भी कर सकते हैं और अपनी बातों को रख भी सकते हैं, साथ के साथ काम भी करते हैं। तो इतना बढ़िया माहौल इस सोसाइटी के अंदर मिलता है। ਕੀ ਤਿਆਰ ਹੁੰਦਾ ਹੈ ਇੱਥੇ? ਆਪਾਂ ਮੈਮ ਤੋਂ ਵੀ ਪੁੱਛ ਰਹੇ ਸੀ ਕਿ ਤੁਸੀਂ HR ਹੋ, ਕੀ ਤਿਆਰ ਹੋ ਕੇ ਕਿੱਥੇ ਕਿੱਥੇ ਸਪਲਾਈ ਹੁੰਦਾ ਹੈ? सर यहाँ पे एक्चुअली क्या है, हमारी जो सोसाइटी है, वैसे तो हमारी सोसाइटी का नाम है द उन्नति कोऑपरेटिव मार्केटिंग कम प्रोसेसिंग सोसाइटी लिमिटेड। हमारी सोसाइटी को मेनली यहाँ के आसपास के एरिया में पहचाना जाता है आंवला फैक्ट्री के नाम से। हम जूसेस भी बनाते हैं, जूसेस के अंदर कई टाइप के जूसेस होते हैं, आंवला जूस हो गया, एलोवेरा जूस हो गया, गिलोय हो गया, करेला जामुन हो गया। उसके साथ साथ हम मुरब्बा, आंवला का मुरब्बा भी बनाते हैं, साथ में हम कैंडी भी बनाते हैं, खट्टी मीठी स्वीट कैंडी। उसके अलावा हम विनेगर भी बनाते हैं। तो ये हमारे जितने भी प्रोडक्ट हैं वो सारे हर्बल प्रोडक्ट है, ठीक है, और ऑर्गेनिक है। सबसे बड़ी बात है ऑर्गेनिक है, इसके अंदर कोई मिलावट नहीं है, सब कुछ ठीक है। और हम कई पार्टियों के साथ हम बिजनेस करते हैं, लाइक मोदी केयर, अपोलो, तो इनको हम सप्लाई भी करते हैं। ਪੂਰੇ ਪੰਜਾਬ 'ਚ ਜਾਂਦੀ ਸਪਲਾਈ ਜਾਂ ਪੰਜਾਬ ਤੋਂ ਬਾਹਰ ਵੀ ਜਾਂਦੀ? पंजाब से बाहर भी जाती है, आउट ऑफ
आउट ऑफ इंडिया भी है, आई थिंक मेरे ख्याल से अच्छा। आउट ऑफ इंडिया भी है। इंडिया के अंदर हर कोने में हमारी सप्लाई जाती है। और आपको बता दूं कि कोरोना के टाइम के अंदर हमारी इतनी सप्लाई हुई थी कि हमने कई लोगों का, बहुत लोगों का भला किया। हमने ये जो ऑर्गेनिक प्रोडक्ट बना के उनको हमने प्रोवाइड कराया। ਤਾਂ ਬਿਲਕੁਲ ਅਸੀਂ ਦੂਸਰੇ ਸੈਕਸ਼ਨ 'ਚ ਵੀ ਚੱਲਦੇ ਹਾਂ, ਉੱਥੇ ਮਹਿਲਾਵਾਂ ਜਿਹੜੀਆਂ ਕੰਮ ਕਰ ਰਹੀਆਂ ਨੇ, ਕਿਉਂਕਿ ਇੱਥੇ ਮੈਂ ਦੱਸ ਦਵਾਂ ਵੀ ਟਾਈਮ ਥੋੜਾ ਜਿਹਾ ਵੱਧ ਲਿਆ ਸੀ ਇਹਨਾਂ ਤੋਂ, ਔਰ ਇਹ ਭੈਣਾਂ ਦਾ ਟਾਈਮ ਤਾਂ ਹੋ ਗਿਆ ਸੀਗਾ ਲੰਚ ਦਾ, ਤੇ ਅਸੀਂ ਲੰਚ ਤੋਂ 10-15 ਮਿੰਟ ਉਹਨਾਂ ਨੂੰ ਵੱਧ ਕੰਮ ਵੀ ਕਰਵਾਇਆ ਅੱਜ। ਤਾਂ ਉਹ ਰਿਲੈਕਸੇਸ਼ਨ ਸੁਭਾਵਿਕ ਤੌਰ ਦੇ ਉੱਤੇ ਕੰਪਨੀ ਦੇ ਵੀ ਦਿੰਦੀ ਹੈ, ਸੁਸਾਇਟੀ ਦੇ ਵੀ ਦਿੰਦੀ ਹੈ। ਇੱਥੇ ਵੀ ਗੱਲ ਕੀਤੀ ਹੈ, ਕੋਸ਼ਿਸ਼ ਕਰਾਂਗੇ ਦੂਸਰੇ ਸੈਕਸ਼ਨ ਦੇ ਵਿੱਚ ਜਿੱਥੇ ਮਹਿਲਾਵਾਂ ਕੰਮ ਕਰ ਰਹੀਆਂ ਨੇ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਸ਼ੇਅਰ ਤੁਹਾਡੇ ਨਾਲ ਜ਼ਰੂਰ ਕਰਵਾਵਾਂਗੇ। ਇੱਕ ਪਾਸੇ ਜਿੱਥੇ ਮਹਿਲਾਵਾਂ ਆਵਲੇ ਦੀ ਕੈਂਡੀ ਸੀਗੀਆਂ ਉਹ ਤਿਆਰ ਹੋ ਰਹੀਆਂ ਸੀਗੀਆਂ, ਤਾਂ ਇੱਕ ਹੋਰ ਸੈਕਸ਼ਨ ਦੇ ਵਿੱਚ ਮੌਜੂਦ ਹੈ। ਸਰ ਥੋੜਾ ਪਿੱਛੇ ਤੋਂ ਸਾਨੂੰ ਦੱਸ ਦਿਓ ਵੀ ਇੱਥੋਂ ਪ੍ਰੋਸੈਸ ਕੀ ਚੱਲਦਾ ਹੈ ਪੈਕੇजिंग तक। सर एक्चुअली क्या है, हमारे पास रॉ मटेरियल आता है फार्मर के थ्रू। हमने फार्मर को भी एक तरह से रोज़गार का माध्यम दिया है। उनसे हमें रॉ मटेरियल आता है, जैसे एलोवेरा हो गया, आंवला हो गया, आसपास के एरिए से वो आता है। सबसे पहला प्रोसेस होता है, उस रॉ मटेरियल को क्वालिटी टीम हमारी चेक करती है। अगर वो तो ठीक है, ओके है, तो उसको हमारे पास एक कन्वेयर लगी हुई है स्टार्टिंग में। उस कन्वेयर के अंदर आंवला आता है, फिर उसको क्रश किया जाता है, उसका जूस निकलता है। ठीक है, वो जूस निकलने के बाद फिर उसको गर्म किया जाता है। उसके अंदर कुछ मतलब मिलाते हैं, मिलावट करते हैं। मिलावट करने के बाद उसको गर्म करके उसकी सेल्फ लाइफ को बढ़ाते हैं। सेल्फ लाइफ को बढ़ाने के बाद फिर उसकी फिलिंग करते हैं बोतलों के अंदर। और बोतलों को फिलिंग करने के बाद हमारे पैकिंग डिपार्टमेंट में, जो कि आज हम खड़े हैं, ये पैकिंग डिपार्टमेंट में क्वालिटी पैरामीटर को सारा चेक करने के बाद फिर उसको हम पैक करते हैं। और पैक करने के बाद हम जो हमारे जितने भी कस्टमर्स हैं उनको हम सप्लाई करते हैं। ਅੱਛਾ, ਜਿਹੜਾ ਪਿਛਲਾ ਪ੍ਰੋਸੈਸ ਆਪਾਂ ਵਿਜ਼ੂਅਲ ਦੇ ਵਿੱਚ ਦੇਖ ਵੀ ਰਹੇ ਹਾਂ, ਦਿਖਾ ਵੀ ਰਹੇ ਹਾਂ, ਉਹ ਸਾਰਾ ਮਹਿਲਾਵਾਂ ਹੀ ਦੇਖਦੀਆਂ ਨੇ ਸਾਰਾ, ਕਿਵੇਂ ਉਹ ਬੋਟਲਸ ਦੇ ਵਿੱਚ ਮਸ਼ੀਨਾਂ ਦੇ ਨਾਲ ਹੋ ਰਿਹਾ, ਸੀਲ ਲੱਗ ਰਹੀ ਆ, ਉਸ ਤੋਂ ਪਹਿਲਾਂ ਜੋ ਵੀ ਤਿਆਰ ਕਰ ਰਹੇ जो थोड़े से भारी जो काम है वो हम जेंट्स को ज़्यादा प्रेफर्ड करते हैं। उसके अंदर हम महिलाओं को इंटरफेयर नहीं करते। महिलाओं की हम इन्वॉल्वेशन इतनी करते हैं कि वो जो उनको भारी काम न करना पड़े और हल्का काम करना पड़े, ताकि वो कंफर्ट रहे, कंफर्ट जोन में वो काम कर सकें और ज़्यादा प्रोडक्टिविटी दे सकें। ਤਾਂ ਇੱਥੇ ਆ ਕੇ ਸਾਰੀ ਫਿਰ ਪੈਕਿੰਗ ਹੋ ਜਾਂਦੀ, ਫਾਈਨਲ ਟੱਚ ਇੱਥੇ ਆ ਕੇ ਦਿੱਤੀ ਜਾਂਦੀ जी जी जी, यहाँ पे पैकिंग हो जाती है सारी। ਕਿੰਨਾ ਕੁ ਡੇਲੀ ਦਾ ਹੁੰਦਾ ਹੈ ਜੀ ਵੀ ਇੰਨੀ ਪੈਕਿੰਗ ਕੱਢਣੀ ਹੈ, ਇੰਨੀਆਂ ਪੈਕਿੰਗ ਕੱਢ ਦੇਣੀ सर ये हमारी प्रोडक्शन टीम होती है, उसका प्रोडक्शन प्लान होता है, हमारी मीटिंग होती है, डेली प्रोडक्शन मीटिंग होती है। उसके अंदर हम डिसाइड करते हैं एज पर ऑर्डर हमें क्या करना है, कितनी फिलिंग करनी है, कितनी पैकिंग करनी है, कितना प्रोडक्शन करना है, कितना डिस्पैच करना है। ये सारा हमारा जो प्लान होता है वो प्रोडक्शन मीटिंग के अंदर हम डिसाइड करते हैं। ਅੱਛਾ, ਇਹ ਦਿੱਕਤ ਤਾਂ ਨਹੀਂ ਹੁੰਦੀ ਵੀ ਰਿਮੋਟ ਏਰੀਆ ਹੈ, ਜ਼ਿਆਦਾ ਮਹਿਲਾਵਾਂ ਕਈ ਵਾਰ ਪੜੀਆਂ ਨਹੀਂ ਹੋ ਸਕਦੀਆਂ ਇੱਧਰ, ਕਿਉਂਕਿ ਦਿੱਕਤ ਹੈਗੀ ਸੀਗੀ ਪਹਿਲਾਂ, ਅੱਜ ਤੋਂ ਜੇ 5-7-10 ਸਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਦਿੱਕਤ ਤਾਂ ਨਹੀਂ ਆਉਂਦੀ ਕੋਈ? नहीं नहीं, ऐसी कोई दिक्कत नहीं है। हमारे यहाँ क्या है ना कि जो भी नई महिला भी आती है तो हमारी सोसाइटी के अंदर ये बड़ी खासियत बात है कि जो पुरानी महिलाएं हैं उसको नई महिला को ट्रेंड करने के अंदर सबसे बड़ा योगदान देती हैं। और उसको कभी ऐसी कमी महसूस नहीं होने देते कि भैया उसको काम नहीं आता या वो पढ़ी लिखी नहीं है। ऐसा कुछ नहीं। यहाँ पे यहाँ का कल्चर ही इतना अपने आप में डेवलप है। ਤਾਂ ਬਿਲਕੁਲ ਭੈਣਾਂ ਇੱਥੇ ਕੰਮ ਵੀ ਕਰ ਰਹੀਆਂ ਨੇ, ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ। ਮੈਮ ਕੀ ਨਾਂ ਤੁਹਾਡਾ ਜੀ? ਰੇਖਾ ਦੇਵੀ। ਕਦੋਂ ਤੋਂ ਕੰਮ ਕਰ ਰਹੇ ਹੋ ਜੀ ਇੱਥੇ? ਮੇਰਾ 3 ਸਾਲ ਹੋ ਗਏ। 3 ਸਾਲ ਤੋਂ ਫਿਰ ਰੈਗੂਲਰ ਇੱਥੋਂ ਪਹਿਲਾਂ, ਇਹ ਤੋਂ ਪਹਿਲਾਂ ਵੀ ਕਦੀ ਨੌਕਰੀ ਕੀਤੀ ਸੀ? ਨਹੀਂ। ਇੱਥੋਂ ਹੀ ਕੀਤੀ ਆ ਕੇ? ਹਾਂਜੀ। ਜ਼ਿੰਦਗੀ 'ਚ ਤਬਦੀਲੀ ਆਈ ਜਦੋਂ ਆਪ ਹੱਥੀਂ ਇੱਕ ਪਹਿਲਾਂ ਹਸਬੈਂਡ ਵੱਲ ਦੇਖਣਾ ਪੈਂਦਾ ਹੋਊਗਾ, ਪੁੱਤਾਂ ਵੱਲ ਦੇਖਣਾ ਪੈਂਦਾ ਹਨਾ, ਜਦੋਂ ਆਪ ਹੱਥੀਂ ਕੰਮ ਕਰਨਾ ਪਿਆ, ਆਪ ਤਨਖਾਹ ਲੈਣ ਲੱਗ ਪਏ, ਫਿਰ ਤਬਦੀਲੀ ਆਈ ਜ਼ਿੰਦਗੀ 'ਚ? ਹਾਂਜੀ, ਖੁਸ਼ੀ ਮਿਲਦੀ ਹੈ ਕਿ ਅਸੀਂ ਆਪ ਕਮਾਉਂਦੇ ਆ, ਕਿ ਆਪਣਾ ਖਰਚਾ ਆਪ ਚੱਕਦੇ। ਅੱਛਾ, ਇਹ ਚੀਜ਼ ਦਾ ਫਰਕ ਹੈਗਾ ਵੀ ਸਾਰੀਆਂ ਭੈਣਾਂ ਹੀ ਕੰਮ ਕਰਦੀਆਂ ਨੇ ਇੱਥੇ, ਤੁਸੀਂ ਸਾਰੀਆਂ ਇਕੱਠੇ ਰਹਿੰਦੇ ਹੋ ਸਾਰਾ ਦਿਨ, ਤਾਂ ਮੈਨੂੰ ਲੱਗਦਾ ਇੰਨਾ ਤਾਂ ਰਿਸ਼ਤੇਦਾਰਾਂ ਦੇ ਵੀ ਨਹੀਂ ਜਾਂਦਾ ਹੋਊਗਾ, ਕੋਈ ਆਪਣੇ ਪਰਿਵਾਰ 'ਚ ਨਹੀਂ ਰਹਿੰਦਾ ਹੋਊ ਜਿੰਨਾ ਇੱਥੇ ਇਕੱਠੇ ਰਹਿੰਦੇ ਹੋ। ਇਸ ਚੀਜ਼ ਦਾ ਫਰਕ ਪੈਂਦਾ? ਹਾਂਜੀ, ਵਧੀਆ ਲੱਗਦਾ ਵੀ ਚੰਗਾ ਸਾਡਾ ਘਰ ਦਾ ਇੱਕ ਪਰਿਵਾਰ ਹੈ, ਚੰਗਾ ਮਾਹੌਲ ਦੇ। ਤਾਂ ਕੱਲ ਜਿਵੇਂ ਲਗਾਤਾਰ ਕੱਲ ਤੋਂ ਇਹ ਚਰਚਾ ਹੋ ਰਹੀ ਵੀ ਮਹਿਲਾ ਦਿਵਸ ਮਨਾਇਆ ਜਾ ਰਿਹਾ, ਇੱਥੇ ਆ ਕੇ ਸਨਮਾਨ ਮਿਲਦਾ? ਪੈਸਾ ਤਾਂ ਚਲੋ ਅਸੀਂ ਕਮਾਉਂਦੇ ਆਪਣੀ ਮਿਹਨਤ ਦਾ, ਸਨਮਾਨ ਅੱਜ ਦੀ ਡੇਟ 'ਚ ਮਿਲ ਰਿਹਾ ਪੂਰਾ? ਹਾਂਜੀ, ਚੰਗਾ ਲੱਗਦਾ ਕਿ ਸਾਡੀ ਵੀ ਜ਼ਿੰਦਗੀ 'ਚ ਲਾਈਫ 'ਚ ਬਚਪਨ ਇੱਕ ਮਹਿਸੂਸ ਹੁੰਦਾ ਹੈ ਕਿ ਬਚਪਨ ਦਾ ਯਾਦਾਂ ਆਉਂਦੀਆਂ ਸਾਨੂੰ। ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਇੱਥੇ? ਸਾਨੂੰ ਮਿਲ ਜਾਂਦਾ 8000। 8000 ਮਿਲ ਜਾਂਦਾ। ਉਹ 8000 ਨਾਲ ਚਲੋ ਅੱਜ ਦੀ ਡੇਟ 'ਚ ਮਹਿੰਗਾਈ ਬਹੁਤ ਹੈ, ਗੁਜ਼ਾਰਾ ਕਰਨਾ ਔਖਾ, ਪਰ ਉਹ 8000 ਵੀ ਜਦੋਂ ਕਹਿੰਦੇ ਹੱਥੀਂ ਕਮਾਇਆ ਹੋਵੇ ਤੇ ਉਹ ਦੁੱਗਣਾ ਲੱਗਦਾ ਬੰਦੇ ਨੂੰ। ਹਾਂਜੀ, ਖੁਸ਼ੀ ਮਿਲਦੀ ਹੈ ਕਿ ਹਾਂ ਸਾਡਾ ਆਪਣੀ ਚੀਜ਼ ਆ, ਅਸੀਂ ਇਹਨੂੰ ਕਿਸੇ ਨੂੰ ਪੁੱਛਣਾ ਨਹੀਂ, ਖਰਚਣਾ ਜਿੱਦਾਂ ਵੀ ਖਰਚਣਾ ਹੈ
ਸਾਡੀ ਆਪਣੀ ਲਾਈਫ ਵਿੱਚ ਆਪਣੀ ਚੀਜ਼ ਹੈ ਬਸ। ਤੁਸੀਂ ਕੀ ਕੰਮ ਕਰਦੇ ਹੋ ਜੀ? ਪੈਕਿੰਗ ਦਾ ਕੰਮ ਕਰ ਰਹੇ ਹੋ? ਹਾਂਜੀ ਪੈਕਿੰਗ। ਅੱਛਾ, ਤਾਂ ਡੇਲੀ ਫਿਰ ਰੁਟੀਨ ਆ ਕੇ 9:30 9-10 ਵਜੇ ਇੱਥੇ ਆਉਂਦੇ ਹੋਊਗੇ, ਉਸ ਤੋਂ ਬਾਅਦ 5:30 ਵਜੇ ਛੁੱਟੀ ਹੁੰਦੀ ਹੈ। ਹਾਂਜੀ ਅੱਛਾ, ਜਦੋਂ ਸੋਚਿਆ ਸੀ ਇੱਥੇ ਜੁਆਇਨ ਕਰਨਾ, ਉਦੋਂ ਘਰਦਿਆਂ ਨੇ ਤਾਂ ਨਹੀਂ ਕਿਹਾ ਵੀ ਕਿੱਥੇ ਜਾਣਾ ਕੰਮ ਕਰਨ ਲਈ, ਮਹਿਲਾਵਾਂ ਬਾਹਰ ਨਹੀਂ ਜਾਂਦੀਆਂ? ਆਪਾਂ ਦੇਖਦੇ ਅਕਸਰ ਇਹ ਪਿੰਡਾਂ ਦੇ ਵਿੱਚ ਗੱਲਾਂ ਹੋ ਜਾਂਦੀਆਂ। ਨਹੀਂ, ਮੇਰੇ ਘਰੇ ਸਰਕਾਰੀ ਸਰਵਿਸ ਕਰਦੇ ਆ, ਉਹ ਕੁਛ ਨਹੀਂ ਬੋਲਦੇ। ਅੱਛਾ ਹੈ। ਅੱਛਾ, ਹਸਬੰਡ ਵੀ ਕੰਮ ਕਰਦੇ ਨੇ ਸਰਕਾਰੀ? ਹਾਂਜੀ, ਉਹ ਸਰਕਾਰੀ ਜੋਬ ਕਰਦੇ ਆ BBMB ਚ ਨਾ। ਅੱਛਾ ਜੀ, ਹਾਂਜੀ। ਤਾਂ ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ, ਮੈਂ ਇਕੱਲੀ ਹੀ ਬੱਚੇ ਪੜ੍ਹਦੇ ਸੀ ਤਾਂ ਮੈਂ ਬੋਲਿਆ ਕਿ ਨਹੀਂ ਮੈਂ ਵੀ ਕੰਮ ਕਰਨਾ ਹੈ, ਬੋਲਦੇ ਜਾਓ। ਤਾਂ ਬਿਲਕੁਲ ਇਹ ਇੱਕ ਮੈਸੇਜ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਲੋਕ ਅੱਜ ਰਾਹਾਂ ਤੋਂ ਭਟਕਦੇ ਨੇ ਔਰ ਵਿਹਲੇ ਖਾਣਾ ਗਿੱਝਦੇ ਨੇ, ਦੂਸਰੇ ਦੇ ਹੱਥਾਂ ਵੱਲ ਤੱਕਦੇ ਨੇ। ਤਾਂ ਇਹਨਾਂ ਭੈਣਾਂ ਦੇ ਕਿਰਤ ਵੱਲ ਦੇਖ ਕੇ ਤੁਹਾਨੂੰ ਵੀ ਇਹ ਗੱਲ ਮਹਿਸੂਸ ਹੋਈ ਹੋਵੇਗੀ। ਤਾਂ ਹੋਰ ਵੀ ਇੱਥੇ ਹੈਗੀਆਂ ਨੇ ਭੈਣਾਂ, ਗੱਲਬਾਤ ਕਰਦੇ ਆ। ਭੈਣ ਜੀ, ਕੀ ਨਾਂ ਤੁਹਾਡਾ? ਸਿਰਿਸ਼ੂ ਸਟੱਡੀ ਕਿੰਨੀ ਕੀਤੀ ਹੈ? ਸੀ +2 +2 ਤੋਂ ਬਾਅਦ ਇੱਥੇ ਕਿੰਨੀ ਦੇਰ ਹੋ ਗਿਆ ਕੰਮ ਕਰਦੇ? ਸੀ ਹੁਣ ਤਾਂ ਸਾਲ ਕੀ ਆ। ਅੱਛਾ, ਕੀ ਲੱਗਦਾ ਇੱਥੇ ਕੀ ਮਹਿਸੂਸ ਹੁੰਦਾ ਜਦੋਂ ਇੱਥੇ ਕੰਮ ਕਰਨ ਦੇ ਲਈ ਆਉਂਦੇ ਹੋ? ਸੀ ਬਹੁਤ ਵਧੀਆ। ਅੱਛਾ, ਇਹ ਇਸ ਚੀਜ਼ ਦਾ ਫਰਕ ਪੈਂਦਾ ਵੀ ਸਾਰੀਆਂ ਮਹਿਲਾਵਾਂ ਹੀ ਨੇ, ਸਾਰੀਆਂ ਭੈਣਾਂ ਹੀ ਨੇ ਇੱਥੇ? ਹਾਂਜੀ ਸਰ। ਘਰਦਿਆਂ ਨੇ ਰੋਕਿਆ ਤਾਂ ਨਹੀਂ ਸੀਗਾ ਵੀ ਜਾਣਾ ਪਊਗਾ ਬਾਹਰ, ਘਰ ਤੋਂ, ਪਿੰਡ ਤੋਂ ਬਾਹਰ ਜਾਣਾ? ਸੀ ਮਜਬੂਰੀ ਸੀ ਤਾਂ ਫਿਰ ਆਣਾ ਹੀ ਸੀਗਾ। ਹਾਂਜੀ ਦਿੱਕਤ ਪਰੇਸ਼ਾਨੀ ਸੀਗੀ ਕੋਈ ਆਰਥਿਕ ਤੌਰ ਦੇ ਉੱਤੇ? ਹਾਂਜੀ ਹਾਂਜੀ ਉਹ ਹੁਣ ਹੱਲ ਹੋਈ ਹੈ? 1 ਸਾਲ ਤੋਂ ਕੁਝ ਮਹਿਸੂਸ ਹੁੰਦਾ? ਹਾਂਜੀ ਹੋ ਗਈ ਠੀਕ ਹੋ ਹੁਣ ਇੱਥੇ ਕੰਮ ਕਰਕੇ? ਸੀ। ਹਾਂਜੀ ਮਤਲਬ ਕੀ ਨਾਂ ਤੁਹਾਡਾ ਜੀ? ਕੁਲਵਿੰਦਰ ਕੌਰ। ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ ਕੰਮ? 4 ਸਾਲ ਹੋ ਗਏ ਸਰ। 4 ਸਾਲ ਤੋਂ। ਫਿਰ ਕਦੀ ਇੱਥੇ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਵੀ ਮੈਂ ਇੱਥੇ ਕੰਮ ਤੇ ਜਾਣਾ ਵੈ, ਉਮਰ ਵੀ ਹੋਈ ਜਾਂਦੀ ਹੈ? ਨਹੀਂ ਸਰ ਜੀ, ਬੜੇ ਵਧੀਆ ਨਾਲ ਟਾਈਮ ਨਿਕਲਦੇ ਆ ਸਰ। ਨਾਲੇ ਗੱਲਾਂ ਬਾਤਾਂ ਵੀ ਹੋਈ ਹਾਂਜੀ ਹਾਂਜੀ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਵੀ ਗੱਲਾਂ ਨਹੀਂ ਕਰਨੀਆਂ ਆਪਸ ਵਿੱਚ? ਹੈ ਬਹੁਤ ਵਧੀਆ ਹੈ ਜੀ। ਹਾਂਜੀ, ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਇੱਥੇ? ਇੱਥੇ ਜੀ ਮਹੀਨੇ ਕੁ ਬਾਅਦ ਮਿਲਦੀ ਤਨਖਾਹ, ਪੇਮੈਂਟ ਮਿਲ ਜਾਂਦੀ ਸਾਨੂੰ। ਅੱਛਾ ਜੀ। ਹਾਂਜੀ, ਬੱਚੇ ਵੀ ਅਸੀਂ ਪੜ੍ਹਾ ਰਹੇ ਆ, ਚਲੋ ਆਪਣਾ ਘਰ ਦਾ ਖਰਚਾ ਵੀ ਵਧੀਆ ਚੱਲ ਰਿਹਾ ਸਰ। ਅੱਛਾ, ਸਰਕਾਰਾਂ ਵਾਲੇ ਪੱਖ ਤੋਂ ਦੇਖੇ ਜਾਈਏ ਵੀ ਸਰਕਾਰਾਂ ਉਹਨਾਂ ਮਾਨ ਸਨਮਾਨ ਦੀ ਗੱਲ ਤਾਂ ਕਹਿੰਦੀਆਂ, ਆਪਾਂ ਸਾਲ ਬਾਅਦ ਮਹਿਲਾ ਦਿਵਸ ਵੀ ਮਨਾਈਦਾ, ਮਹਿਲਾਵਾਂ ਨੂੰ ਉਦੋਂ ਤਾਂ ਬਹੁਤ ਸਨਮਾਨਿਤ ਕਰੀਦਾ, ਬੜੀ ਚਰਚਾ ਕਰੀਦੀ ਹੈ, ਪਰ ਸਰਕਾਰਾਂ ਕੰਨਿਓ ਕੋਈ ਮਦਦ ਮਿਲਦੀ? ਨਹੀਂ ਜੀ। ਸਰਕਾਰ ਕਿਹਦੀ ਬਣਾ ਰਹੇ ਹੋ ਐਤਕੀ? ਦੇਖੋ ਜੀ, ਜਿਹਦੀ ਬਣ ਗਈ ਝਾੜੂ ਦੀ। ਦੇਖੋ, ਇਹ ਸਰਕਾਰ ਦੇ ਵਿੱਚ ਵੀ ਯੋਗਦਾਨ, ਵੱਡਾ ਯੋਗਦਾਨ ਹੈ। ਮਹਿਲਾਵਾਂ ਵੋਟ ਪਾਉਂਦੀਆਂ ਨੇ ਤਾਂ ਇਹਨਾਂ ਵੱਲ ਦੇਖ ਕੇ ਹੋਰ ਲੋਕ ਵੀ ਮੋਟੀਵੇਟ ਹੁੰਦੇ ਨੇ ਵੋਟ ਪਾਉਣ ਦੇ ਲਈ। ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਕਸ਼ਮੀਰੋ ਦੇਵੀ ਕਿੰਨੀ ਉਮਰ ਹੈ ਤੁਹਾਡੀ ਜੀ? ਹੈ। 50 ਸਾਲ ਹੋ ਗਈ ਹੈ। ਅੱਛਾ, ਇੱਥੇ ਕਿੰਨੀ ਦੇਰ ਹੋ ਗਈ ਕੰਮ ਕਰਦੇ? 5-7 ਸਾਲ ਹੋ ਗਈ ਹੈ। ਅੱਛਾ, 5-7 ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦੇ ਆ। ਤਾਂ ਫਿਰ ਐ ਨਹੀਂ ਲੱਗਦਾ ਵੀ ਹੁਣ 50 ਸਾਲ ਦੀ ਉਮਰ ਹੋ ਗਈ, ਬਸ ਕਰੀਏ? ਕਹਿ ਬਰਸ ਕਰੀਏ, ਖਾਣਾ ਕਿੱਥੋਂ ਸਰ? ਹੋਰ ਇੱਥੇ ਕਮਾਂਗੇ ਰੱਖਾਂਗੇ, ਘਰ ਵਾਲੇ ਬਿਮਾਰ ਰਹਿੰਦੇ ਆ। ਹਾਂਜੀ ਤਾਂ ਇੱਥੇ ਇਹ ਇੱਕ ਸੁੱਖ ਸੁਵਿਧਾ ਤੇ ਹੈਗੀ ਹੈ ਨਾ ਵੀ ਲਾਗੇ ਕੰਮ ਮਿਲ ਗਿਆ, ਪਿੰਡਾਂ ਦੇ ਲਾਗੇ। ਹਾਂਜੀ ਹਾਂਜੀ, ਲੋਕਲ ਹੀ ਹੈ ਜੀ। ਮਾਹੌਲ ਕਿੱਦਾਂ ਲੱਗਦਾ ਇੱਥੇ? ਵਧੀਆ ਵਧੀਆ ਮਾਹੌਲ ਹੈ। ਤਾਂ ਵਧੀਆ ਮਾਹੌਲ ਆਪੇ ਹੋਣਾ ਕਿਉਂਕਿ ਭੈਣਾਂ ਆਪ ਇਕੱਠੀਆਂ ਹੋ ਜਾਂਦੀਆਂ ਨੇ ਸਾਰੀਆਂ, ਤੇ ਹੋਰ ਵੀ ਸਾਡੇ ਨਾਲ ਨੇ, ਕੋਸ਼ਿਸ਼ ਕਰਦੇ ਹਾਂ ਗੱਲ। ਜੀ, ਕੀ ਨਾਂ ਤੁਹਾਡਾ? ਅੰਜੂ ਦੇਵੀ। ਕਿੰਨੀ ਦੇਰ ਹੋ ਗਈ ਇੱਥੇ ਕੰਮ ਕਰਦੇ ਆ? 9ਵਾਂ ਸਾਲ ਲੱਗਿਆ। ਅੱਛਾ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮਹਿਲਾ ਦਿਵਸ ਦੀਆਂ, ਮਹਿਲਾ ਦਿਹਾੜੇ ਦੀਆਂ, ਹਨਾ। ਅੱਜ ਦੇ ਦਿਨ ਤਾਂ ਆਪਾਂ ਬੜਾ ਮਾਨ ਸਨਮਾਨ ਦਿੰਦੇ ਆ, ਸਟੇਜਾਂ ਤੇ ਬੁਲਾ ਕੇ ਸਨਮਾਨਿਤ ਵੀ ਕਰਦੇ ਆ। ਉੱਦਾਂ ਜ਼ਿੰਦਗੀ ਦੇ ਵਿੱਚ ਮਹਿਸੂਸ ਹੁੰਦਾ ਫਰਕ? ਜੇ ਬੰਦਾ ਹੱਥੀਂ ਕਿਰਤ ਕਰਦਾ, ਇੱਜ਼ਤ ਵੱਧਦੀ ਹੈ ਬੰਦੇ ਦੀ? ਹਾਂਜੀ ਹਾਂਜੀ ਸਰ। ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਮੇਰੀਆਂ 2 ਬੇਟੀਆਂ ਆ, ਇੱਕ ਛੋਟਾ ਬੇਟਾ ਆ। ਹਾਂਜੀ, ਮੇਰੀ ਬੇਟੀ ਵੱਡੀ ਬਿਮਾਰ ਰਹਿੰਦੀ ਸੀ, ਅੱਛਾ ਜੀ। ਉਹਨਾਂ ਦਾ ਆਪਰੇਸ਼ਨ ਹੋਇਆ, ਇੱਥੇ ਕੰਮ ਕਰਦੇ ਕਰਵਾਇਆ। ਹਾਂਜੀ, ਹਾਰਟ ਦੀ ਸਰਜਰੀ ਹੋਈ। ਹਾਂਜੀ ਤਾਂ ਫਰਕ ਲੱਗਦਾ ਜ਼ਿੰਦਗੀ ਦੇ ਵਿੱਚ ਜਦੋਂ ਆਪ ਕਮਾਉਂਦੇ ਆ ਆਪਾਂ? ਹਾਂਜੀ ਹਾਂਜੀ, ਲੱਗਦਾ ਫਰਕ। ਕਿਸੇ ਦੇ ਹੱਥਾਂ ਵੱਲ ਨਹੀਂ ਦੇਖਣਾ ਹਾਂਜੀ ਪੈਂਦਾ? ਹਾਂਜੀ ਹਾਂਜੀ, ਲੱਗਦਾ ਆ। ਕਿੰਨੀ ਦੂਰ ਤੋਂ ਆਉਂਦੇ ਹੋ ਰੋਜ਼, ਕਿਵੇਂ ਆਉਂਦੇ ਹੋ ਇੱਥੇ? ਅਸੀਂ ਬੱਸ ਤੇ ਆਨੇ, ਪਿੰਡੋਂ ਪੈਦਲ ਆਨੇ ਆ, ਅੱਗੇ ਬੱਸ 'ਚ। ਹਾਂਜੀ ਤਾਂ ਕੰਮ ਤੁਹਾਡਾ ਪੈਕਿੰਗ ਦਾ ਹੈ? ਹਾਂਜੀ। ਠੀਕ ਹੈ, ਫਿਰ ਥੱਕਦੇ ਤਾਂ ਨਹੀਂ ਸਾਰਾ ਦਿਹਾੜੀ ਖੜ ਕੇ ਇੱਥੇ ਕੰਮ ਕਰਨਾ? ਕੰਮ ਕਰਨਾ ਫਿਰ ਥੱਕਦੇ ਨਹੀਂ ਆ, ਕੰਮ ਕਰਨਾ ਤਾਂ ਘਰੋਂ ਕੰਮ ਕਰਨੀ ਆਏ ਆ। ਹਾਂਜੀ, ਪ੍ਰੈਸ਼ਰ ਤਾਂ ਨਹੀਂ ਰਹਿੰਦਾ ਕਿਸੇ ਤਰੀਕੇ ਦਾ, ਕੋਈ ਦਬਾਅ? ਨਹੀਂ ਕੁਛ ਨਹੀਂ, ਸਾਡੇ ਮੈਡਮ ਸਾਰੇ ਚੰਗੇ ਆ। ਖੁਸ਼ ਹੋ ਜ਼ਿੰਦਗੀ 'ਚ? ਖੁਸ਼? ਹਾਂਜੀ ਖੁਸ਼। ਤਾਂ ਹੋਰ ਭੈਣਾਂ ਵੀ ਨੇ ਇੱਥੇ। ਭੈਣ ਜੀ, ਕੀ ਨਾਂ ਤੁਹਾਡਾ ਜੀ? ਸਰਾਰਤੀ। ਕਿੰਨੇ ਪੜ੍ਹੇ ਹੋ ਤੁਸੀਂ? ਸਰ 10। ਇੱਥੇ ਕਿੰਨੀ ਦੇਰ ਹੋ ਗਈ ਕੰਮ ਕਰਦਿਆਂ ਨੂੰ? ਸਰ ਚੌਥਾ ਮਹੀਨਾ ਲੱਗਾ। ਅੱਛਾ, ਅਜੇ ਸਟਾਰਟਿੰਗ ਹੀ ਕੀਤੀ ਹੈ। ਸਟਾਰਟਿੰਗ 'ਚ ਆ ਕੇ ਇਹ 4 ਮਹੀਨਿਆਂ 'ਚ ਫਰਕ ਮਹਿਸੂਸ ਕੀਤਾ? ਕੀ ਲੱਗ ਰਿਹਾ ਜ਼ਿੰਦਗੀ ਦੇ ਵਿੱਚ? ਇਸ ਤੋਂ ਪਹਿਲਾਂ ਘਰ ਦੇ ਕੰਮਕਾਰ, ਫਿਰ ਆ ਕੇ ਇੱਕ ਉਹ ਕੰਮ ਜਿਹਦੇ ਵਿੱਚ ਹੁਨਰ ਦਿਖਾਉਣ ਦਾ ਮੌਕਾ ਮਿਲ ਰਿਹਾ, ਤਾਂ ਫਰਕ ਮਹਿਸੂਸ ਹੋ ਰਿਹਾ ਇਸ ਚੀਜ਼ ਦਾ? ਹਾਂਜੀ ਸਰ। ਕਿੱਦਾਂ ਦਾ ਫਰਕ ਲੱਗਦਾ ਹੈ? ਵਧੀਆ ਲੱਗਦਾ ਪਿਆ, ਮਤਲਬ ਫ੍ਰੀ ਨਾਲ ਕੰਮ ਕਰਦੇ ਪਏ ਆ, ਵਧੀਆ ਲੱਗਦਾ। ਬੱਚਿਆਂ ਦੀ ਲਾਈਫ ਹੋ ਜਾਂਦੀ, ਆਪਣੀ ਲਾਈਫ ਬਣ ਜਾਂਦੀ ਥੋੜੀ ਜਿਹੀ। ਰੋਕਦੇ ਟੋਕਦੇ ਤਾਂ ਨਹੀਂ ਕਰਦੇ ਵੀ ਕੰਮ? ਨਹੀਂ ਨਹੀਂ ਸਰ।
ਜਦੋਂ ਹੁਣ ਆਪਣੀ ਤਨਖਾਹ ਲੈ ਕੇ ਜਾਂਦੇ ਹੋ ਫਿਰ ਉਦੋਂ ਫਿਰ ਖਰਚੇ ਆਪਣੇ ਪੂਰੇ ਹੁੰਦੇ ਕਿ ਪਰਿਵਾਰ ਵੀ ਚੱਲਦਾ ਰਹਿੰਦਾ? ਹਾਂ ਸਾਰਾ ਹੀ ਹੁੰਦਾ, ਆਪਣੇ ਵੀ ਚੱਲਦੇ, ਪਰਿਵਾਰ ਦਾ ਵੀ ਚੱਲਦਾ ਸਰ। ਅੱਛਾ, ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਹੀ ਲਗਭਗ ਸਾਰਾ ਇਹ ਕੰਮ ਸਾਂਭਦੀਆਂ ਨੇ ਇੱਥੇ, ਮਾਹੌਲ ਵਧੀਆ ਰਹਿੰਦਾ? ਬਹੁਤ ਵਧੀਆ ਸਰ। ਹਾਂਜੀ, ਤਾਂ ਆਪਾਂ ਵੀ ਆਸ ਇਹੀ ਕਰਦੇ ਹਾਂ ਮਾਹੌਲ ਵਧੀਆ ਹੀ ਰਵੇ, ਔਰ ਮਹਿਲਾ ਦਿਵਸ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਤਾਂ ਇਹ ਖਾਸ ਰਿਪੋਰਟ ਉਹਨਾਂ ਮਹਿਲਾਵਾਂ ਦੀ ਕਿਰਤ ਦੇ ਨਾਲ ਜੁੜੀ ਹੋਈ। ਇੱਕ ਪੈਨ ਹੋਰ ਪੈਕਿੰਗ ਕਰ ਰਹੇ ਨੇ, ਬਾਕਸਿੰਗ ਕਰ ਰਹੇ ਨੇ ਸਮਾਨ ਦੀ। ਭੈਣ ਜੀ ਕੀ ਨਾ ਤੁਹਾਡਾ? ਹਰਪ੍ਰੀਤ ਕੌਰ। ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਸਰ 2-2.5 ਸਾਲ ਹੋ ਗਏ ਅੱਛਾ, ਕਿਵੇਂ ਲੱਗਦਾ ਇੱਥੇ ਆ ਕੇ? ਸਰ। ਬਹੁਤ ਅੱਛਾ। ਵਧੀਆ ਲੱਗਦਾ? ਹਾਂਜੀ ਆਪ ਕਮਾਉਂਦੇ ਹੋ ਫਿਰ ਖੁਸ਼ੀ ਹੁੰਦੀ ਹੈ? ਹਾਂਜੀ। ਘਰਦਿਆਂ ਤੋਂ ਤਾਂ ਨਹੀਂ ਮੰਗਦੇ ਹੁਣ, ਫਾਦਰ ਸਾਹਿਬ ਤੋਂ, ਬ੍ਰਦਰ ਤੋਂ? ਨਹੀਂ ਉਹਨਾਂ ਨੂੰ ਦਿੰਦੇ ਹੋਗੇ ਹੁਣ ਤਾਂ? ਹਾਂਜੀ। ਅੱਛਾ, ਮਹਿਲਾ ਦਿਵਸ ਮਨਾਇਆ ਜਾ ਰਿਹਾ, ਲੱਗਦਾ ਵੀ ਇੱਕੋ ਦਿਨ ਹੀ ਜਿਹੜਾ ਸਨਮਾਨ ਦੀ ਗੱਲ ਕੀਤੀ ਜਾਂਦੀ ਹੈ, ਇੱਕੋ ਦਿਨ ਹੀ ਚਰਚਾ ਕਰ ਲਿੱਤੀ ਜਾਂਦੀ ਹੈ, ਪਰ ਪੂਰਾ ਸਾਲ ਮਹਿਲਾਵਾਂ ਨੂੰ ਜੋ ਮਾਨ ਸਨਮਾਨ ਨਹੀਂ ਮਿਲਦਾ। ਮਿਲता है वो सम्मान तो। ਮਿਲਦਾ? हाँ जी। ਤਾਂ ਚੰਗੀ ਗੱਲ ਹੈ, ਜੇ ਕੋਈ ਸਨਮਾਨ ਕਰਦਾ ਹੈ ਤਾਂ ਮਹਿਲਾਵਾਂ ਦਾ, ਇਹਨਾਂ ਭੈਣਾਂ ਦਾ ਸਨਮਾਨ ਜ਼ਰੂਰ ਕਰਨਾ ਬਣਦਾ ਹੈ। ਤਾਂ ਜਿਹੜੇ HR ਨੇ ਇਹਨਾਂ ਦੇ ਤਾਂ ਵਧੀਆ, ਸਾਰੇ ਖੁਸ਼ ਵੀ ਨੇ ਤੁਹਾਡੇ EMPLOYEES। टारगेट कोई मिसते होंगे, इन्होंने टारगेट देने हो भी इन्ना काम कढ़ना, अज कढ़ के जाना? वो जैसा मैंने बोला ना, प्रोडक्शन मीटिंग होती है डेली हमारी, तो हम प्रोडक्शन मीटिंग के अंदर हम डिसाइड करते हैं कि आज हमने कितनी फिलिंग करनी है, कितनी पैकिंग करनी है, कितना प्रोडक्शन देना है। तो वो डेली की मीटिंग के ऊपर हमारा निर्धारित होता है, और एज पर ऑर्डर हम उसको प्लान करते हैं कि आज के प्लान के अंदर क्या लेना है, ऐसे करते हैं। ਤਾਂ ਸੈਲਰੀ ਫਿਰ ਇਹਨਾਂ ਦੀ ਡੇਟ ਮਿੱਥੀ ਹੈ, ਫਿਰ ਉਸ ਤਰੀਕੇ से इनको सैलरी एज पर गवर्नमेंट रूल जो है 1 तारीख से 7 तारीख के बीच में इनके खाते में आ जाती है। जैसा कि आज 7 तारीख है, 7 तारीख को इनके खाते में सैलरी आ जाएगी। ਅੱਛਾ ਅੱਛਾ, ਅੱਜ ਫਿਰ ਸੈਲਰੀ ਵੀ ਆ ਰਹੀ ਹੈ? ਅੱਜ ਤੇ ਤਨਖਾਹ ਵਾਲਾ ਦਿਨ ਵੀ ਅੱਜ ਹੀ ਹੈ ਭੈਣ ਜੀ? ਹੈ ਹਾਂਜੀ ਅੱਜ ਫਿਰ ਸੋਚਿਆ ਫਿਰ ਸੂਟ ਸਾਟ ਲੈ ਕੇ ਜਾਣਾ ਘਰੇ? ਹਾਂਜੀ ਹਾਂਜੀ ਹਾਂ ਬਿਲਕੁਲ, ਅੱਜ ਤਨਖਾਹ ਦਾ ਦਿਹਾੜਾ ਵੀ ਆ ਔਰ ਮਹਿਲਾ ਦਿਵਸ ਵੀ ਆ, ਤਾਂ ਇਹ ਖੁਸ਼ੀ ਇਹ ਤੁਸੀਂ ਮਹਿਸੂਸ ਤਾਂ ਹੀ ਕਰ ਸਕਦੇ ਹੋ ਜੇ ਹੱਥੀਂ ਕਿਰਤ ਕਰਦੇ ਹੋ। ਜਿਹਨੇ ਹੱਥੀਂ ਕਿਰਤ ਨਹੀਂ ਕਰਨੀ, ਜਿਹਨੇ ਹੱਥੀਂ ਕੰਮ ਨਹੀਂ ਕਰਨਾ, ਤਾਂ ਸ਼ਾਇਦ ਇਹ ਜਿਹੜੇ ਥੋੜੇ ਪੈਸਿਆਂ ਦੇ ਵਿੱਚ ਵੀ ਜ਼ਿੰਦਗੀ ਨੂੰ ਇੰਨਾ ਜਿਉਣਾ, ਜ਼ਿੰਦਗੀ ਨੂੰ ਇੰਨਾ ਮਾਨਣਾ, ਉਹ ਬੜਾ ਮਾਇਨੇ ਰਖਾਉਂਦਾ ਹੈ। ਤਾਂ ਮੋਟੀਵੇਸ਼ਨ ਤਾਂ ਤੁਹਾਨੂੰ ਵੀ ਇਹਨਾਂ ਵੱਲ ਦੇਖ ਕੇ ਮਿਲਦੀ ਹੋਊਗੀ। बिल्कुल बिल्कुल, मेरे को तो ये बहुत अच्छा लगता है कि देखो, एनवायरनमेंट के 2 तरीके होते हैं। एक बंदा काम करता है लेकिन उसके मुंह पे हंसी नहीं होती, एक बंदा काम करता है और उसके मुंह पे हंसी होती है, तो इसका मतलब वहाँ का हेल्दी एनवायरनमेंट है वो इस करके होती है। और ये देख के तो मेरे को और ज़्यादा खुशी मिलती है कि वाकई में यहाँ का एनवायरनमेंट इतना अच्छा है। ਜਿਵੇਂ ਰਜਨੀ ਮੈਮ ਨਾਲ ਵੀ ਗੱਲ ਕਰ ਰਹੇ ਸੀ ਕਿ ਤਾਲਮੇਲ ਫਿਰ ਬਹਿ ਜਾਂਦਾ, ਬੀਬੀਆਂ ਐਂ ਤਾਂ ਨਹੀਂ ਫੇਰ ਕਰਦੀਆਂ ਵੀ ਨਹੀਂ ਸਾਡੀ ਮੰਨਣੀ ਪੈਣੀ, ਤੁਹਾਡੀ नहीं ਮੰਨਣੀ? नहीं नहीं, यहाँ पे ऐसा कुछ नहीं है। हमारे जितना भी एम्प्लॉई है, स्टाफ हो चाहे वर्कर हो, वो बहुत कोऑपरेटिव नेचर का है, और एक दूसरे के साथ हाथ में हाथ डाल के हम आगे बढ़ने की कोशिश करते रहते हैं, और कोई भी दिक्कत आती है तो साथ मिलके उसको निपटते भी हैं। ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਗੱਲਬਾਤ ਕਰਨ ਲਈ। HR ਨੇ ਔਰ ਲਗਾਤਾਰ ਟੱਚ ਵਿੱਚ ਰਹਿੰਦੇ ਨੇ ਆਪਣੇ EMPLOYEES ਦੇ, ਔਰ ਕਹਿੰਦੇ ਨੇ ਵੀ ਮੈਨੂੰ ਵੀ ਪੋਜ਼ਿਟਿਵਿਟੀ ਇਹਨਾਂ ਤੋਂ ਮਿਲਦੀ ਹੈ ਵੀ ਜੇਕਰ ਜਿੰਨੇ ਵੀ ਇਹ ਕਮਾਉਂਦੀਆਂ ਨੇ, ਭਾਵੇਂ ਜਿੰਨਾ ਮਰਜ਼ੀ ਦਿਨ ਦੇ ਵਿੱਚ ਬਰਡਨ ਆ ਜਾਵੇ ਕੰਮ ਦਾ, ਪਰ ਇਹ ਖੇੜੇ ਮੱਥੇ ਕਬੂਲ ਕਰਦੀਆਂ ਨੇ ਔਰ ਖੇੜੇ ਮੱਥੇ ਉਸ ਟਾਰਗੇਟ ਨੂੰ ਪੂਰਾ ਵੀ ਕਰਕੇ ਦਿੰਦੀਆਂ ਨੇ। ਤਾਂ ਸਾਡੀ ਆਸ ਤੇ ਉਮੀਦ ਇਹੀ ਹੈ ਕਿ ਇਹ ਸਦਾ ਇਸੇ ਤਰੀਕੇ ਦੇ ਨਾਲ ਤੰਦਰੁਸਤ ਰਹਿਣ ਔਰ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੀਆਂ ਰਹਿਣ, ਲੋਕਾਂ ਦੇ ਲਈ ਮੋਟੀਵੇਸ਼ਨ ਦਾ ਇੱਕ ਕਾਰਨ ਬਣਦੀਆਂ ਰਹਿਣ। ਔਰ ਮਹਿਲਾ ਦਿਹਾੜੇ ਦੇ ਉੱਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਆਸ ਤੇ ਉਮੀਦ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਤਲਵਾੜਾ।